कि केंद्र सरकार ने ਇਹਦਾ ਸਿੱਟਾ ਕੱਢਣ ਦਾ ਕੋਈ ਇਰਾਦਾ ਹੀ ਨਹੀਂ ਸੀ। ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲਓ, ਸ਼ੰਕੇ ਦੂਰ ਕਰ ਲਓ। ਉਸ ਸਮੇਂ ਨਹੀਂ ਕੀਤਾ ਤੇ 1.5 ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾਂ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ। ਇਹ ਸਾਫ਼ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ, ਜਿਹਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ। ਕੋਈ ਇਲੈਕਟਡ ਸਰਕਾਰ ਲੋਕਾਂ ਨੂੰ ਕੋਈ ਅਦਾਲਤ 'ਚ ਜਾਓ, ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਹਨਾਂ ਦਾ ਇਰਾਦਾ ਹੈ ਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀ ਉਹਨਾਂ ਦੇ ਕੱਖ ਪਰਵਾਹ ਨਹੀਂ ਹੈਗੀ। ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ। ਆਪਣੀ ਸਰਕਾਰ ਵਾਲੇ ਹਰਿਆਣੇ 'ਚ ਬੜਾ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀਐਮ ਖੱਟਰ ਨੂੰ। ਦੇਖੋ, ਜਦ ਲੋਕੀ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕ੍ਰੈਟਿਕ ਰਾਈਟ ਹੁੰਦੀ ਹੈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨਾਂ ਪੁੱਛੇ ਬਣਾਏ ਗਏ ਨੇ, ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬਣਦਾ ਹੈ। ਇਸ ਹੱਕ ਨੂੰ ਜਦ ਉਹ ਅਦਾ ਕਰਦੇ ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੌਛਾਰਾਂ ਤੇ ਅਥਰੂ ਗੈਸ ਸਿੱਟੋਗੇ, ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ ਅਸ਼ਾਂਤੀ ਦੀ ਤਰਫ ਸਰਕਾਰ ਤੇ ਉਹ ਆਪਣੇ ਪੁਲਿਸ ਦੇ ਰਾਹੀਂ ਉਹਨਾਂ ਨੂੰ ਧੱਕ ਰਹੀ ਹੈ। ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਹ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ ਲੋਕੀ ਨਾ ਦੇਣ। ਬਹੁਤ ਵਧੀਆ ਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ, ਦੁਨੀਆ ਭਰ 'ਚ ਇਹਦੀ ਸ਼ਲਾਘਾ ਹੋਈ ਹੈ। ਲੇਕਿਨ ਹੁਣ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਜਿਵੇਂ ਪਹਿਲੇ ਅਪਣਾਉਂਦੇ ਰਹੇ ਨੇ, ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਨੂੰ ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀ ਹਰਕਤਾਂ ਹੋਣ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਇਹ ਸੰਘਰਸ਼ ਦੀ ਬਦਨਾਮੀ ਹੋਏ। ਜਿਹਦੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਣਾ। ਜਿਹੜਾ ਤੁਸੀਂ ਤੁਹਾਡਾ ਇਹ ਅੰਦੋਲਨ ਰਿਹਾ ਬਹੁਤ ਵਧੀਆ ਰਿਹਾ, ਤੁਸੀਂ ਉਹਦੇ 'ਚ ਡਟੇ ਰਹੋ ਤੇ ਸਰਕਾਰ ਜਦ ਆਪਣਾ ਇਹੋ ਜਿਹੇ ਕੰਮਕਾਜ ਕਰੂਗੀ ਬਦਨਾਮੀ ਸਰਕਾਰ ਦੀ ਹੋਗੀ। ਤਾਂ ਸਰਕਾਰ ਨੂੰ ਇੱਕ ਵਾਰ ਫੇਰ ਅਪੀਲ ਕਰਦੀ ਹਾਂ, ਕੱਲ ਮੈਂ ਆਪਣੇ ਇਲਾਕੇ ਦੇ 3 ਪਰਿਵਾਰਾਂ ਦੇ ਕੋਲ ਹੋ ਕੇ ਆਈ। 70 ਬੰਦੇ ਜਿਨ੍ਹਾਂ ਦੀ ਮੌਤ ਹੋਈ ਹੈ, ਇਹ ਕਿਸੇ ਦਾ ਪੁੱਤ, ਕਿਸੇ ਦਾ ਪਿਓ, ਕਿਸੇ ਦਾ ਭਰਾ ਤੇ ਬਜ਼ੁਰਗ ਮਾਤਾਵਾਂ ਕਿਸੇ ਦੀ ਮਾਵਾਂ ਹੈਗੀਆਂ। ਇਕਲੌਤੇ ਪੁੱਤ 9 ਸਾਲ ਬਾਅਦ ਅਰਦਾਸਾਂ ਬੇਨਤੀਆਂ ਕਰਕੇ ਜਿਹਨੂੰ ਬੱਚਾ ਹੋਇਆ, ਅੱਜ 18 ਸਾਲ ਦਾ ਉਹ ਬੱਚਾ ਉੱਥੋਂ ਸ਼ਹਾਦਤ ਲੈ ਗਿਆ। 23 ਸਾਲ ਦਾ ਕੱਲਾ ਮੁੰਡਾ ਪਰਿਵਾਰ 'ਚ ਉਹਦੀ ਸ਼ਹਾਦਤ ਹੋ ਗਈ। 45 ਸਾਲ ਦਾ ਇੱਕ ਪਿਓ ਜਿਹਦੀ ਵਾਈਫ ਹੈਂਡੀਕੈਪ ਹੈ ਤੇ 2 ਨਿੱਕੇ ਬੱਚੇ ਨੇ, ਕੋਈ ਆਮਦਨ ਦਾ ਸਹਾਰਾ। ਕਿਉਂ ਆਪਾਂ ਇਹੋ ਜਿਹੇ ਲੋਕਾਂ ਨੂੰ ਮਾਰ ਰਹੇ ਹਾਂ? ਆਪਣਾ ਫਰਜ਼ ਅਦਾ ਕਰੋ, ਕੋਈ ਕਾਨੂੰਨ ਵਾਪਸ ਲੈ ਕੇ ਉਹਨੂੰ ਚੰਗਾ ਬਣਾ ਕੇ ਲੈ ਕੇ ਲੋਕਾਂ ਦੇ ਕੋਲ ਆਏ। ਤੁਹਾਡੇ ਉੱਤੇ ਕੀ ਪ੍ਰੈਸ਼ਰ ਹੈ ਕਿ ਕੌਣ ਤੁਹਾਨੂੰ ਰੋਕ ਰਿਹਾ ਇਸ ਕਰਨ ਤੋਂ? ਮੈਂ ਆਸ ਕਰਦੀ ਹਾਂ ਕਿ ਸਰਕਾਰ ਦੁਬਾਰਾ ਸੋਚੇ ਤੇ ਉਮੀਦ ਕਰਦੀ ਹਾਂ ਅਦਾਲਤ ਇਕਲੌਤਾ ਰਾਸਤਾ। ਹੁਣ ਸਰਕਾਰ ਕਹਿ ਰਹੀ ਹੈ ਅਦਾਲਤ ਕੋਲ ਜਾਓ, ਲੋਕਾਂ ਨੂੰ ਕਹਿ ਰਹੀ ਹੈ, ਮਤਲਬ ਉਹ ਟੋਟਲੀ ਫੇਲ ਹੋ ਚੁੱਕੀ ਹੈ ਆਪਣੇ ਆਪ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ, ਨਾਕਾਮ ਰਹਿ ਗਈ ਹੈਗੀ, ਫੇਲ ਹੋ ਗਈ ਹੈਗੀ। ਇਸ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ ਹੈ ਸਰਕਾਰ ਦਾ? ਅੱਜ ਅਦਾਲਤ ਨੂੰ ਅਪੀਲ ਕਰਦੀ ਹਾਂ, ਸੁਪਰੀਮ ਕੋਰਟ ਨੂੰ ਅਪੀਲ ਕਰਦੀ ਹਾਂ ਕਿ ਪ੍ਰੋਟੈਸਟ ਕਰਨਾ ਤੁਸੀਂ ਆਪ ਕਿਹਾ ਇਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਇਹ ਇਹਨਾਂ ਦੀ ਜ਼ਮੀਨ ਦੀ, ਇਹਨਾਂ ਦੀ ਕਮਾਈ ਦੀ, ਇਹਨਾਂ ਦੀ ਰੋਟੀ ਦੀ ਗੱਲ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗੀ ਕਿ ਲੋਕਾਂ ਦੀ ਸੁਣੋ ਤੇ ਉਹਨਾਂ ਦੇ ਨਾਲ इंसाफ जरूर करो। 26 जनवरी का दिन देश के लिए एक बहुत ही ऐतिहासिक दिन होता है। इसकी बहुत भावनाएं देशवासियों की जुड़ी हुई है। इसको कोई हल्के पुल्के तरीके से नहीं समझना चाहिए। हाँ, किसानों की जो उनकी मंशा है उसके साथ बिल्कुल मैं सहमत हूँ, लेकिन ना ही मुझे किसी ने इस आंदोलन में शामिल होने के लिए सद्दा दिया है और ना ही मैं समझती हूँ कि एक शांतिपूर्वक आंदोलन को ऐसा कुछ किया जाए, क्योंकि इस चीज में उस तरफ वो जब बढ़ेंगे तो सरकार अपना काम करेगी। और मैं दोनों तरफों को ये अपील करती हूँ कि बहुत एक जान बहुत कीमती है, कोई ऐसा कदम ना उठाया जाए जिससे एक भी जान का नुकसान हो। मेरी तो यही बेनती है।